गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरु गुरबाणी गुरु राहीं उपदेश बख्शिश कर रहे महाराज समझाउंदे भी जिहड़े मन जिहड़े गुरमुख एक मन एक चित हो के नाम की आराधना करते मालक नूं ध्यान से, उन्हां गुरमुखां दे जिहड़े मुख वो सच्चे दरबार दे विच दरगाह दे विच सदा उजल हो जाते। जिहड़े एक मन एक चित करके राते मारे फरमाउंदे ने, जिन्नी एक मन नाम ते आया गुरमति विचार तिन के मुख सब उजले तित सच्चे दरबार। बई जिन्हां ने गुरु की मत द्वारा एक मन हो के नाम नूं ते आए, उन्हां दे मुख सदा उजल हो गए। हुण अपना जिहड़ा मन है ये दो चिती विच असीं सिमरन भी करते हैं ते साडा ध्यान इधर संसार वल भी रहिंदा भी असीं इस संसार नूं मना छड्डीए ते असीं सिमरन भी करी जांदे। इहनूं दो चित्ती कहंदे भी दो चित हो जाण, भी एक चित नहीं होना, दो चित्ती विच कर। सतगुरु सानू फिर समझाउंदे मन नूं भी यह मन तो एक मन एक चित हो के परमात्मा नूं ध्यान,
ਫਿਰ ਤੂੰ ਪਰਮਾਤਮਾ ਨੂੰ ਭਾਏਂਗਾ। ਫਰਮਾਉਂਦੇ ਨੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਈ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੂਤਾਏ। ਬਈ ਜੇ ਤੂੰ ਚਾਹੁੰਦਾ ਹੈ ਵੀ ਮੈਂ ਪਰਮਾਤਮਾ ਨੂੰ ਭਾ ਜਾਵਾਂ, ਮਾਲਕ ਨੂੰ ਭਾ ਜਾਵਾਂ, ਤੇ ਫਿਰ ਤੂੰ ਇੱਕ ਚਿੱਤ ਹੋ। ਇੱਕ ਚਿੱਤ ਹੋ ਕੇ ਤੂੰ ਧਿਆ ਪਰਮਾਤਮਾ। ਹੁਣ ਇੱਕ ਚਿੱਤ ਹੋਣ ਦਾ ਭਾਵ ਹੁੰਦਾ ਵੀ ਸਾਡਾ ਪੂਰਾ ਧਿਆਨ, ਪੂਰਾ ਚਿੱਤ ਸਾਡਾ ਪਰਮਾਤਮਾ ਵੱਲ ਲੱਗਿਆ ਹੋਵੇ। ਹੁਣ ਅਸੀਂ ਇਸ ਸੰਸਾਰ ਦੇ ਵਿੱਚ ਤਾਂ ਇੱਕ ਚਿੱਤ ਹੋ ਜਾਂਦੇ, ਕਿਉਂਕਿ ਇਸ ਲੋਕ ਦੇ ਵਿੱਚ ਮਾਇਆ ਨੂੰ ਅਸੀਂ ਦ੍ਰਿੜ ਕੀਤਾ ਹੋਏ। ਇੱਧਰ ਆਪਾਂ ਜਦੋਂ ਕੋਈ ਕੰਮ ਕਰਦੇ ਹਾਂ, ਪੂਰਾ ਧਿਆਨ ਅਸੀਂ ਉਹ ਕਰਮ ਦੇ ਵਿੱਚ ਲਾ ਦਿੰਦੇ। ਜਦੋਂ ਪੂਰਾ ਧਿਆਨ ਸਾਡਾ ਕਰਮ 'ਚ ਲੱਗ ਜਾਂਦਾ, ਅਸੀਂ ਇੱਧਰ ਇੱਕ ਚਿੱਤ ਹੋ ਜਾਂਦੇ। ਕਰਮ ਦੇ ਵਿੱਚ ਅਸੀਂ ਇੱਕ ਚਿੱਤ ਹੋ ਜਾਂਦੇ, ਮਾਇਆ ਦੇ ਘਰ ਇੱਕ ਚਿੱਤ ਹੋ ਜਾਂਦੀ। ਜਦੋਂ ਹੁਣ ਆਪਾਂ ਸਿਮਰਨ ਕਰਦੇ ਹਾਂ, ਉਦੋਂ ਅਸੀਂ ਇੱਕ ਚਿੱਤ ਨਹੀਂ ਹੁੰਦੇ। ਉਦੋਂ ਸਾਡੇ ਅੰਦਰ ਵਿਚਾਰ ਚੱਲਦੇ, ਕੋਈ ਨਾ ਕੋਈ ਖਿਆਲ ਚੱਲਦੇ ਸਾਡੇ ਅੰਦਰ, ਮਨ ਸਾਡਾ ਦੌੜਦਾ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਉਦੋਂ ਵੀ ਅਸੀਂ ਇੱਕ ਚਿੱਤ ਨਹੀਂ ਹੁੰਦੇ। ਉਦੋਂ ਵੀ ਅਸੀਂ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ ਬਾਣੀ ਵੀ ਪੜ੍ਹੀ ਜਾ ਰਹੇ ਹਾਂ, ਅਤੇ ਮਨ ਵਿਚਾਰਾਂ ਦੇ ਵਿੱਚ ਹੋਰ ਪਾਸੇ ਭੱਜਿਆ ਫਿਰਦਾ। ਇਹਨੂੰ ਕਹਿੰਦੇ ਫਿਰ ਦੋ ਚਿੱਤੀ ਵਿੱਚ। ਅਤੇ ਆਪਾਂ ਨੂੰ ਕਹਿੰਦੇ ਵੀ ਇਹ ਸੰਸਾਰ ਦੇ ਵਿੱਚ ਤਾਂ ਅਸੀਂ ਇੱਕ ਚਿੱਤ ਹੋਣਾ ਸਿੱਖ ਲਏ, ਵੀ ਇੱਧਰ ਜੀਵ ਕੋਈ ਵੀ ਕਰਮ ਕਰਦਾ, ਪੂਰਾ ਧਿਆਨ ਉਹਦੇ ਵਿੱਚ ਲਾ ਦਿੰਦਾ, ਇੱਕ ਚਿੱਤ ਹੋ ਜਾਂਦਾ। ਹੁਣ ਅਸੀਂ ਪਰਮਾਤਮਾ ਦੇ ਨਾਲ ਕਿਵੇਂ ਇੱਕ ਚਿੱਤ ਹੋਈਏ, ਉਹਦੇ ਵਾਸਤੇ ਫਿਰ ਇਹ ਆਪਾਂ ਨੂੰ ਅਭਿਆਸ ਕਰਨਾ ਪੈਂਦਾ। ਜਿਵੇਂ ਹੁਣ ਅਸੀਂ ਇਸ ਸੰਸਾਰ ਦੇ ਵਿੱਚ ਕਰਮ ਦਾ ਅਭਿਆਸ ਕੀਤਾ, ਹੁਣ ਜੋ ਵੀ ਆਪਾਂ ਕਰਮ ਕਰਦੇ ਹਾਂ, ਉਹਨੂੰ ਅਸੀਂ ਪੂਰਾ ਦ੍ਰਿੜ ਕਰਦੇ ਹਾਂ। ਜਦੋਂ ਦ੍ਰਿੜ ਕਰ ਲੈਂਦੇ ਹਾਂ, ਅਸੀਂ ਇੱਕ ਚਿੱਤ ਹੋ ਜਾਂਦੇ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਇੱਧਰ ਵੀ ਇੱਕ ਚਿੱਤ ਹੋ, ਅਤੇ ਉਹਦੇ ਵਾਸਤੇ ਫਿਰ ਇਹ ਆਪਾਂ ਹੁਣ ਜਦੋਂ ਵਾਰ-ਵਾਰ ਸਿਮਰਨ ਕਰਦੇ ਹਾਂ, ਅਭਿਆਸ ਕਰਦੇ ਹਾਂ, ਤਾਂ ਕਿ ਸਾਡਾ ਧਿਆਨ ਇੱਧਰੋਂ ਮਾਇਆ ਵੱਲੋਂ ਹਟੇ, ਸੰਸਾਰ ਵੱਲੋਂ ਹਟੇ, ਵਿਚਾਰਾਂ ਵੱਲੋਂ ਹਟੇ, ਅਤੇ ਅਸੀਂ ਇੱਕ ਚਿੱਤ ਹੋਈਏ, ਅਸੀਂ ਇੱਕ ਦ੍ਰਿਸ਼ਟ ਹੋਈਏ, ਇੱਕ ਮਨ ਹੋਈਏ। ਹੁਣ ਜਿਹੜੇ ਗੁਰਮੁਖ ਫਿਰ ਇੱਕ ਮਨ ਕਰਕੇ ਪਰਮਾਤਮਾ ਨੂੰ ਧਿਆਉਂਦੇ, ਨਾਮ ਨੂੰ ਧਿਆਉਂਦੇ, ਗੁਰੂ ਦੀ ਮੱਤ ਦੁਆਰ, ਫਿਰ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਦਾ ਮੁੱਖ ਉਜਰ ਸੱਚੇ ਦਰਬਾਰ ਦੇ ਵਿੱਚ। ਅਤੇ ਇਸ ਅਵਸਥਾ 'ਚ ਫਿਰ ਕਹਿੰਦੇ, ਜਿਨੀ ਇੱਕ ਮਨ ਨਾਮ ਤੇ ਆਇਆ ਗੁਰਮਤਿ ਵਿਚਾਰ, ਵੀ ਜਿਨ੍ਹਾਂ ਨੇ ਇੱਕ ਮਨ ਹੋ ਕੇ ਨਾਮ ਨੂੰ ਧਿਆਇਆ, ਗੁਰੂ ਦੀ ਮੱਤ ਦੁਆਰ। ਤਿੰਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ, ਵੀ ਉਹਨਾਂ ਦੇ ਮੁਖ ਸਦਾ ਉਜਰ। ਹੁਣ ਜਿਹੜੇ ਇੱਕ ਮਨ ਇੱਕ ਚਿੱਤ ਹੋ ਕੇ ਧਿਆਉਂਦੇ, ਉਹ ਫਿਰ ਬਹੁਤ ਵਿਰਲੇ ਨੇ। ਮਹਾਰਾਜ ਕਹਿੰਦੇ, ਜੋ ਤੁਧ ਸੱਚ ਧਿਆਇਂਦੇ ਸੇ ਵਿਰਲੇ ਥੋੜ੍ਹੇ, ਜੋ ਇੱਕ ਮਨ ਇੱਕ ਚਿੱਤ ਅਰਾਧਦੇ, ਤਿੰਨ ਕੀ ਬਰਕਤ ਖਾਈ ਅਸੰਖ ਕਰੋੜੇ। ਬਈ ਉਹ ਗੁਰਮੁਖ ਵਿਰਲੇ ਜਿਹੜੇ ਇੱਕ ਮਨ ਇੱਕ ਚਿੱਤ ਹੋ ਜਾਂਦੇ, ਜਿਹੜੇ ਮਾਲਕ ਨੂੰ ਧਿਆਉਂਦੇ ਇੱਕ ਚਿੱਤ ਹੋ ਕੇ। ਹੁਣ ਆਪਾਂ ਨੂੰ ਫਿਰ ਸਮਝਾਉਂਦੇ ਵੀ ਹੁਣ ਅਸੀਂ ਇੱਕ ਚਿੱਤ ਹੋਣ ਵਾਸਤੇ ਹੀ ਇਹ ਸਾਰਾ ਅਭਿਆਸ ਕਰਦੇ, ਵੀ ਸਾਡੀ ਜਿਹੜੀ ਆਪਣੀ ਮੱਤ ਹੈ, ਉਹੀਓ ਸਾਨੂੰ ਇੱਕ ਚਿੱਤ ਨਹੀਂ ਹੋਣ ਦਿੰਦੀ। ਸਾਡੀ ਸਿਆਣਪਾਂ, ਸਾਡੀਆਂ ਚਤਰਾਈਆਂ, ਸਾਡੀ ਆਪਣੀ ਸੋਚ, ਸਾਡੀ ਆਪਣੀ ਮੱਤ, ਇਹੀਓ ਸਾਨੂੰ ਭਰਮ ਦੇ ਵਿੱਚ ਰੱਖਦੀ, ਇਹੀਓ ਸਾਨੂੰ ਦੁਬਿਧਾ 'ਚ ਰੱਖਦੀ। ਹੁਣ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਜੇ ਅਸੀਂ ਆਪਦੀ ਸਿਆਣਪ
ਛੱਡ ਦਈਏ। ਜੇ ਅਸੀਂ ਗੁਰੂ ਦੀ ਮੱਤ ਦੁਆਰਾ ਸਿਮਰਨ ਕਰਨਾ ਸ਼ੁਰੂ ਕਰ ਦਈਏ ਅਤੇ ਨਾਲ ਨਾਲ ਗੁਰੂ ਦੀ ਮੱਤ ਧਾਰਨ ਕਰੀਏ, ਫਿਰ ਸਾਡੇ ਜਿਹੜੇ ਮਨ ਦੇ ਦੁੱਖ ਨੇ, ਜਿਹੜੇ ਭਰਮ ਨੇ, ਇਹ ਸਾਰੇ ਖਤਮ ਹੋ ਜਾਂਦੇ। ਮਹਾਰਾਜ ਇਸ ਲਈ ਫਰਮਾਉਂਦੇ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ। ਵੀ ਸਾਡੇ ਦੁੱਖ ਭਰਮ ਸਹਿਮ ਡਰ ਸਹਿੰਸੇ ਫਿਕਰ ਸਭ ਖਤਮ ਹੋ ਜਾਣ ਜੇ ਹੁਣ ਅਸੀਂ ਮਾਲਕ ਨੂੰ ਧਿਆਈਏ, ਜੇ ਅਸੀਂ ਇੱਕ ਚਿੱਤ ਹੋਈਏ। ਹੁਣ ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਆਪਦੀ ਜਿਹੜੀ ਸਿਆਣਪ ਇਹਨੂੰ ਤਜਣਾ ਪੈਂਦਾ। ਹੁਣ ਆਪਦੀ ਸਿਆਣਪ ਤਜਣੀ ਹੀ ਬੜੀ ਔਖੀ, ਇਹ ਕਠਿਨ ਹੈ। ਸੰਸਾਰ ਦਾ ਸਾਰਾ ਖੇਲ ਹੀ ਪੁੱਠਾ ਚੱਲਦਾ। ਸੰਸਾਰ ਤਾਂ ਕਹਿੰਦਾ ਵੀ ਸਿਆਣੇ ਬਣੋ, ਅਤੇ ਮਹਾਰਾਜ ਕਹਿੰਦੇ ਸਿਆਣਪ ਛੱਡੋ ਆਪਦੀ। ਕਿਉਂਕਿ ਸੰਸਾਰ ਦੀ ਜਿਹੜੀ ਸਿਆਣਪ ਹੈ, ਸਾਡੀ ਆਪਣੀ ਮੱਤ ਸਾਨੂੰ ਦੁਖੀ ਤਾਂ ਕਰ ਸਕਦੀ। ਅਸੀਂ ਹੋਰ ਦੁੱਖਾਂ ਕਲੇਸ਼ਾਂ 'ਚ ਤਾਂ ਜਾ ਸਕਦੇ ਹਾਂ, ਅਸੀਂ ਸੁਖੀ ਨਹੀਂ ਹੋ ਸਕਦੇ। ਸੁਖੀ ਹੋਣ ਵਾਸਤੇ ਸਾਨੂੰ ਆਪਦੀ ਸਿਆਣਪ ਛੱਡਣੀ ਪਏਗੀ, ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ। ਹੁਣ ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਆਪਦੀ ਸਿਆਣਪ ਜਿਹੜੀ ਤਜਣੀ ਹੈ ਬੜੀ ਔਖੀ ਹੈ, ਬੜੀ ਕਠਿਨ। ਮਹਾਰਾਜ ਫਰਮਾਉਂਦੇ, ਮਨ ਕੀ ਮੱਤ ਤੇ ਆਗੋ ਹਰ ਜਨ, ਇਹੋ ਬਾਤ ਕਠੈਨੀ। ਵੀ ਇਹ ਕਠਿਨ ਗੱਲ ਹੈ, ਆਪਦੀ ਮੱਤ ਛੱਡ ਦੇਣੀ, ਸਿਆਣਪ ਛੱਡ ਦੇਣੀ। ਹੁਣ ਇਹ ਸਿਆਣਪ ਸਾਡੀ ਤਜੀ ਕਿਵੇਂ ਜਾਵੇ, ਕਿਵੇਂ ਛੁੱਟੇ? ਉਹਦੇ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਸਿਮਰਨ ਕਰ। ਹੁਣ ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ, ਜਦੋਂ ਨਾਲ ਨਾਲ ਗੁਰੂ ਦੀ ਮੱਤ ਆਪਾਂ ਲੈਂਦੇ ਹਾਂ, ਫਿਰ ਆਪਾਂ ਨੂੰ ਸਮਝਾਉਂਦੇ ਵੀ ਸਿਮਰਨ ਇਸ ਵਾਸਤੇ ਨਹੀਂ ਕਰਨਾ ਵੀ ਸਾਡੀਆਂ ਸੰਸਾਰ ਦੀਆਂ ਮੰਗਾਂ ਪੂਰੀਆਂ ਹੋਣ, ਸਾਡੀਆਂ ਇੱਛਾਵਾਂ ਪੂਰੀਆਂ ਹੋਣ। ਸੰਸਾਰ ਤਾਂ ਇਸ ਵਾਸਤੇ ਹੀ ਕਰਦਾ ਵੀ ਪਹਿਲਾਂ ਹੀ ਉਹ ਮੰਗ ਰੱਖ ਲੈਂਦਾ ਵੀ ਮੇਰੀ ਆਹ ਮੰਗ, ਮੇਰੀ ਆਹ ਸੁਖਨਾ ਪੂਰੀ ਹੋ ਜੇ ਅਤੇ ਮੈਂ ਇੰਨਾ ਸਮਾਂ ਗੁਰੂ ਘਰ ਆਵਾਂਗਾ, ਮੈਂ ਇੰਨੇ ਪਾਠ ਕਰਾਂਗਾ, ਮੈਂ ਇੰਨਾ ਪੁੰਨ ਦਾਨ ਕਰਾਂਗਾ, ਮੇਰਾ ਕੰਮ ਹੋ ਜੇ। ਹੁਣ ਗੁਰਮਤਿ ਦੇ ਵਿੱਚ ਆਪਾਂ ਨੂੰ ਸਮਝਾਇਆ ਜਾਂਦਾ ਵੀ ਸਿਮਰਨ ਇਸ ਵਾਸਤੇ ਨਹੀਂ ਕਰਨਾ ਵੀ ਸਾਡੀਆਂ ਮੰਗਾਂ ਪੂਰੀਆਂ ਹੋਣ। ਸਿਮਰਨ ਇਸ ਵਾਸਤੇ ਕਰਨਾ ਵੀ ਜਿਹੜੀ ਸਾਡੀ ਮੱਤ ਸਾਨੂੰ ਭਰਮ 'ਚ ਰੱਖਦੀ, ਜਿਹੜੀ ਸਾਨੂੰ ਮੰਗਾਂ 'ਚ ਰੱਖਦੀ, ਇੱਛਾਵਾਂ 'ਚ ਰੱਖਦੀ, ਉਹ ਸਾਡੀਆਂ ਇੱਛਾਵਾਂ, ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ ਖਤਮ ਹੋਣ। ਸਾਡੀ ਆਪਣੀ ਜਿਹੜੀ ਮੱਤ, ਸਾਡੀ ਜਿਹੜੀ ਸੋਚ, ਇਹ ਖਤਮ ਹੋਵੇ, ਇਸ ਵਾਸਤੇ ਸਿਮਰਨ ਕਰਨਾ। ਮਹਾਰਾਜ ਇਸ ਲਈ ਫਰਮਾਉਂਦੇ, ਆਮਦਨ ਹਰ ਹਰ ਨਾਮ ਤੇ ਆਵੋ, ਗੁਰ ਸਤਿਗੁਰ ਕੀ ਮੱਤ ਲੈਣੀ। ਵੀ ਜਦੋਂ ਹੁਣ ਆਪਾਂ ਗੁਰੂ ਘਰ ਆਉਂਦੇ ਹਾਂ, ਇੱਥੇ ਆਪਾਂ ਆਉਂਦੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ। ਸਤ ਸੰਗਤ ਸਤਿਗੁਰ ਦਾ ਸਕੂਲ ਹੈ। ਸਤਿਗੁਰਾਂ ਦੇ ਸਕੂਲ ਵਿੱਚ ਆ ਕੇ ਅਸੀਂ ਸਤਿਗੁਰ ਦੀ ਮੱਤ ਲੈਣ, ਸਤਿਗੁਰ ਦੀ ਸਿੱਖਿਆ ਲੈਣ। ਅਤੇ ਗੁਰੂ ਦੀ ਮੱਤ ਲੈਣ ਵਾਸਤੇ ਜਿਹੜੀ ਸਭ ਤੋਂ ਵੱਡੀ ਰੁਕਾਵਟ ਹੈ, ਉਹ ਸਾਡੀ ਆਪਣੀ ਮੱਤ ਹੈ। ਜਦ ਤੱਕ ਸਾਡੀ ਆਪਣੀ ਮੱਤ ਵਿੱਚ ਖੜ੍ਹੀ ਹੈ, ਉਹਨਾਂ ਸਮਾਂ ਸਾਨੂੰ ਗੁਰੂ ਅਤੇ ਸਤਿਗੁਰ ਦੀ ਮੱਤ ਆਉਂਦੀ ਨਹੀਂ। ਹੁਣ ਆਪਦੀ ਮੱਤ ਨੂੰ ਛੱਡਣ ਵਾਸਤੇ ਫਿਰ ਇਹ ਜਿਹੜਾ ਆਪਾਂ ਵਾਹਿਗੁਰੂ ਵਾਹਿਗੁਰੂ ਕਰਦੇ, ਹੋਰ ਆਪਾਂ ਕਿਸੇ ਹੋਰ ਨੂੰ ਦਿਖਾਉਣ ਵਾਸਤੇ ਜਾਂ ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ ਕਰ ਰਹੇ ਵੀ ਦੇਖ ਅਸੀਂ ਤੇਰਾ ਕਿੰਨਾ ਸਿਮਰਨ ਕਰਦੇ। ਇਹਦਾ ਆਪਾਂ ਜਿਹੜਾ ਸਾਡਾ ਮਨ ਭਰਮ ਦੇ ਵਿੱਚ, ਜਿਹੜੀ ਸਾਡੀ ਆਪਣੀ ਮੱਤ, ਜਿਹੜੀ ਸਾਡੀ ਸਿਆਣਪ ਹੈ, ਉਹਨੂੰ ਛੱਡਣ ਵਾਸਤੇ, ਜਿਹੜਾ ਸਾਡਾ ਮਨ ਭਰਮ ਦੇ ਵਿੱਚ ਸੁੱਤਾ ਪਿਆ, ਸੁੱਤੇ ਨੂੰ ਜਗਾਉਣ ਵਾਸਤੇ ਇਹ ਸਿਮਰਨ ਕਰਦੇ। ਜਿਵੇਂ ਕਈ ਜੀਵ ਕਹਿਣਗੇ ਵੀ ਰੱਬ ਕਿਹੜਾ ਬੋਲਾ,
ਜਿਹੜਾ ਇਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦੇ, ਰੱਬ ਕੋਈ ਬੋਲਾ ਹੈ ਵੀ ਜਿਹੜਾ ਉਹਨੂੰ ਉੱਚੀ ਉੱਚੀ ਸੁਣਾਉਂਦੇ। ਹੁਣ ਉਹਨਾਂ ਜੀਵਾਂ ਨੂੰ, ਅਗਿਆਨੀਆਂ ਨੂੰ ਇਹ ਨਹੀਂ ਪਤਾ ਵੀ ਰੱਬ ਨਹੀਂ ਬੋਲਾ, ਉਹ ਤਾਂ ਅੰਤਰਜਾਮੀ, ਉਹ ਤਾਂ ਸਾਡੇ ਅੰਦਰ ਦੀ ਜਾਣਤ। ਬੋਲੇ ਅਸੀਂ ਖੁਦ ਹੋ ਚੁੱਕੇ ਹਾਂ। ਸਾਡਾ ਜਿਹੜਾ ਮਨ ਹੈ ਮਾਇਆਧਾਰੀ ਹੋ ਚੁੱਕੀ ਹੈ, ਇਹਨੇ ਮਾਇਆ ਨੂੰ ਧਾਰਨ ਕਰ ਲਿਆ। ਮਾਇਆਧਾਰੀ ਹੋਣ ਕਰਕੇ ਅੰਨਾ ਵੀ ਹੋਇਆ ਹੋਇਆ ਤੇ ਬੋਲਾ ਵੀ ਹੋਇਆ ਹੋਇਆ। ਹੁਣ ਜਿਹੜਾ ਜੀਵ ਬੋਲਾ ਹੁੰਦਾ, ਬੋਲੇ ਕੋਲ ਫਿਰ ਸਾਨੂੰ ਉੱਚੀ ਬੋਲਣਾ ਪੈਂਦਾ। ਜਦੋਂ ਬੋਲੇ ਕੋਲ ਉੱਚੀ ਬੋਲਾਂਗੇ ਤੇ ਫਿਰ ਹੀ ਬੋਲੇ ਨੂੰ ਸੁਣੇਗਾ। ਜੇ ਹੁਣ ਬੋਲੇ ਕੋਲ ਹੌਲੀ ਹੌਲੀ ਬੋਲੀ ਜਾਵਾਂਗੇ ਤੇ ਬੋਲੇ ਨੂੰ ਤਾਂ ਸੁਣਨਾ ਹੀ ਨਹੀਂ। ਹੁਣ ਇਸ ਵਾਸਤੇ ਪਰਮਾਤਮਾ ਬੋਲਾ ਨਹੀਂ, ਅਸੀਂ ਅੰਨੇ ਤੇ ਬੋਲੇ ਹੋ ਚੁੱਕੇ। ਮਾਰੇ ਫਰਮਾਉਂਦੇ ਮਾਇਆ ਧਾਰੀ ਅਤਨਾ ਬੋਲਾ, ਸ਼ਬਦ ਨਾ ਸੁਣੀ ਵਾ ਰੋਲਕ ਝੋਲਾ। ਵੀ ਜਿਹੜਾ ਮਨ ਮਾਇਆ ਧਾਰੀ ਹੋ ਗਿਆ, ਜਿਹਨੇ ਮਾਇਆ ਨੂੰ ਧਾਰਨ ਕਰ ਲਿਆ, ਉਹਨਾਂ ਤੇ ਬੋਲਾ ਹੋ ਗਿਆ। ਹੁਣ ਬੋਲੇ ਨੂੰ ਫਿਰ ਜਗਾਉਣ ਵਾਸਤੇ, ਬੋਲੇ ਨੂੰ ਸਮਝਾਉਣ ਵਾਸਤੇ, ਉਹਨੂੰ ਫਿਰ ਸੁਣਾਉਣ ਵਾਸਤੇ ਆਪਾਂ ਸਿਮਰਨ ਕਰਦੇ ਵੀ ਆਪਦੀ ਆਵਾਜ਼ ਨੂੰ ਬੋਲ ਕੇ ਅਸੀਂ ਆਪ ਹੀ ਸੁਣਦੇ ਹਾਂ। ਧਿਆਨ ਦੁਆਰਾ, ਧਿਆਨ ਕਹਿੰਦੇ ਮਨ ਨੂੰ, ਵੀ ਮਨ ਹੈ ਜਿਹੜਾ ਸਾਡਾ ਉਹ ਸੁਣੇ ਧਿਆਨ ਦੇ ਨਾਲ। ਭਾਈਓ ਮਹਾਰਾਜ ਸਾਨੂੰ ਇਹ ਵਿਧੀ ਦੱਸਦੇ, ਧੁੰਨਵੇਂ ਧਿਆਨ, ਵੀ ਧਿਆਨ ਕਿਤੇ ਰੱਖਣਾ ਆਪਦੀ ਧੁਨ ਆਵਾਜ਼ ਦੇ ਵਿੱਚ, ਵੀ ਮੁਖ ਦੁਆਰਾ ਬੋਲਣਾ ਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣਨਾ ਧਿਆਨ ਦੇ ਨਾਲ। ਤਾਂ ਕਿ ਜਦੋਂ ਸਾਡਾ ਮਨ ਸੁਣਨ ਦੀ ਅਵਸਥਾ ਜਾਏਗਾ, ਇਹਨੇ ਸੁਣਨਾ ਸ਼ੁਰੂ ਕਰ ਦੇਗਾ ਤੇ ਫਿਰ ਇਹਨੂੰ ਸਮਝ ਲੱਗਣੀ। ਨਹੀਂ ਤਾਂ ਹੁਣ ਜਦ ਤੱਕ ਅਸੀਂ ਆਪਦੀ ਆਵਾਜ਼ ਨਹੀਂ ਆਪ ਸੁਣ ਰਹੇ ਧਿਆਨ ਦੇ ਨਾਲ, ਤੇ ਅਸੀਂ ਮਾਲਕ ਦੀ ਆਵਾਜ਼ ਨੂੰ ਕਿੱਥੋਂ ਸੁਣਾਂਗੇ? ਅਸੀਂ ਗੁਰਬਾਣੀ ਗੁਰੂ ਨੂੰ ਕਿੱਥੋਂ ਸੁਣਾਂਗੇ ਜਦ ਤੱਕ ਅਸੀਂ ਆਪਦੀ ਆਵਾਜ਼ ਨੂੰ ਹੀ ਨਹੀਂ ਆਪ ਸੁਣ ਪਾ ਰਹੇ। ਮਹਾਰਾਜ ਇਸ ਲਈ ਫਿਰ ਆਪਾਂ ਨੂੰ ਫਰਮਾਉਂਦੇ, ਰਸਨਾ ਉਚਰੇ ਹਰ ਸਰਵਣੀ ਸੁਣੇ ਸੋ ਉਧਰੇ ਮਿੱਤਰ। ਵੀ ਉਹ ਮਨ ਦਾ ਆਧਾਰ ਹੋਣਾ, ਉਹ ਮਨ ਨੇ ਸੁਤੇ ਨੇ ਜਾਗਣਾ, ਜਿਹੜਾ ਰਸਨਾ ਦੁਆਰਾ ਜੀਵ ਬੋਲੇਗਾ ਤੇ ਕੰਨਾਂ ਦੁਆਰਾ ਆਪਦੀ ਆਵਾਜ਼ ਨੂੰ ਸੁਣੇਗਾ। ਫਿਰ ਇਹ ਸੁੱਤਾ ਹੋਇਆ ਮਨ ਜਾਗਤ ਅਵਸਥਾ 'ਚ ਆਏਗਾ। ਜਦੋਂ ਇਹ ਜਾਗੇਗਾ ਫਿਰ ਇਹ ਗੁਰਬਾਣੀ ਗੁਰੂ ਦਾ ਕਹਿਣਾ ਮੰਨੇਗਾ। ਜਦ ਤੱਕ ਹੁਣ ਇਹ ਸੁੱਤਾ ਪਿਆ ਹੈ, ਅਸੀਂ ਉਹਦਾ ਬੇਸ਼ੱਕ ਕਹੀ ਜਾਈਏ ਅਸੀਂ ਗੁਰਬਾਣੀ ਗੁਰੂ ਨੂੰ ਗੁਰੂ ਮੰਨਦੇ ਹਾਂ ਜੀ, ਸੁੱਤਾ ਹੋਇਆ ਉੱਦਾਂ ਹੀ ਵੜਾਈ ਜਾਂਦਾ ਤੇ ਗੁਰੂ ਕੀ ਕਹਿ ਰਹੇ ਉਹਦਾ ਪਤਾ ਕੁਛ। ਵੀ ਜੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਗੁਰਬਾਣੀ ਗੁਰੂ ਨੂੰ ਗੁਰੂ ਮੰਨਦੇ ਹੋ ਤੇ ਤੁਹਾਡਾ ਗੁਰੂ ਤੁਹਾਨੂੰ ਉਪਦੇਸ਼ ਕੀ ਕਰਦਾ, ਤੁਹਾਨੂੰ ਗੁਰੂ ਕੀ ਸਿਖਾਉਂਦਾ, ਤੇ ਅਸੀਂ ਆਖੀਏ ਵੀ ਸਾਨੂੰ ਤਾਂ ਪਤਾ ਨਹੀਂ ਜਿਵੇਂ ਗੁਰਬਾਣੀ ਗੁਰੂ ਸਾਨੂੰ ਕੀ ਕਹਿੰਦੇ ਨੇ। ਫਿਰ ਅਸੀਂ ਗੁਰੂ ਕਾਹਦਾ ਮੰਨਦੇ ਜਦੋਂ ਸਾਨੂੰ ਇਹੀ ਨਹੀਂ ਪਤਾ ਵੀ ਗੁਰੂ ਸਾਨੂੰ ਕਹਿੰਦਾ ਕੀ। ਹੁਣ ਇਸ ਵਾਸਤੇ ਇੱਕ ਤਾਂ ਹੁੰਦਾ ਵੀ ਗੱਲੀ ਬਾਤੀ ਕਹੀ ਜਾਣ ਵੀ ਅਸੀਂ ਗੁਰੂ ਮੰਨਦੇ ਹਾਂ ਜੀ, ਤੇ ਇੱਕ ਹੁੰਦਾ ਗੁਰੂ ਦੀ ਗੱਲ ਮੰਨਣੀ, ਗੁਰੂ ਦਾ ਵਚਨ ਮੰਨਣਾ। ਹੁਣ ਗੁਰੂ ਦਾ ਵਚਨ ਅਸੀਂ ਫਿਰ ਮੰਨਾਂਗੇ, ਫਿਰ ਅਸੀਂ ਗੁਰਬਾਣੀ ਗੁਰੂ ਨੂੰ ਮੰਨਾਂਗੇ ਜਦੋਂ ਅਸੀਂ ਜਾਗਾਂਗੇ। ਜਦ ਤੱਕ ਅਸੀਂ ਸੁੱਤੇ ਪਏ ਹਾਂ, ਸੁੱਤਿਆਂ ਨੂੰ ਤਾਂ ਪਹਿਲਾਂ ਇਹੀ ਨਹੀਂ ਪਤਾ ਵੀ ਸਾਨੂੰ ਗੁਰੂ ਕਹਿ ਕੀ ਰਹੇ। ਜਿਵੇਂ ਹੁਣ ਬੱਚਾ ਹੈ, ਉਹ ਸੁੱਤਾ ਪਿਆ ਹੋਵੇ, ਸੁੱਤੇ ਪਏ ਨੂੰ ਮਾਂ ਪਿਓ ਜੋ ਮਰਜ਼ੀ ਆਖੀ ਜਾਣ, ਉਹਨੂੰ ਸਮਝ ਹੀ ਨਹੀਂ ਲੱਗ। ਜਦੋਂ ਸੁੱਤਾ ਹੋਇਆ ਜਾਗੇਗਾ ਫਿਰ ਉਹ ਮਾਂ ਪਿਓ ਦੇ ਆਖੇ ਲੱਗੇਗਾ, ਫਿਰ ਉਹ ਕਹਿਣਾ ਮੰਨੇਗਾ। ਜਿਵੇਂ ਬੱਚਾ ਸੁੱਤਾ ਪਿਆ ਹੈ, ਸੁੱਤੇ ਨੂੰ ਜਦੋਂ ਉਹ ਜਾਗੇਗਾ ਫਿਰ ਮਾਂ ਪਿਓ ਕਹਿਣਗੇ ਵੀ ਇਸ਼ਨਾਨ ਕਰ ਲੈ, ਫਿਰ ਉਹ ਇਸ਼ਨਾਨ ਕਰ ਲੇ। ਫਿਰ ਉਹਨੂੰ ਕਹਿਣਗੇ ਹੁਣ ਪ੍ਰਸ਼ਾਦਾ ਭੋਜਨ ਛਕ ਲੈ, ਤੇ ਉਹ ਪ੍ਰਸ਼ਾਦਾ ਭੋਜਨ ਛਕ ਲੈ। ਫਿਰ ਉਹਨੂੰ ਕਹਿਣਗੇ ਵੀ ਹੁਣ ਸਕੂਲ ਚਲਾ ਜਾ, ਫਿਰ ਉਹ ਸਕੂਲ ਚਲਾ ਜਾਏਗਾ। ਜਾਣੀ ਵੀ ਜਦੋਂ ਜਾਗੇਗਾ ਫਿਰ ਹੀ ਉਹ ਮਾਂ ਪਿਓ ਦੇ ਆਖੇ ਲੱਗੇਗਾ, ਫਿਰ ਹੀ ਉਹ ਕਹਿਣਾ ਮੰਨੇਗਾ।
ਜੇ ਉਹ ਸੁੱਤਾ ਪਿਆ, ਸੁੱਤੇ ਨੂੰ ਜੋ ਮਰਜ਼ੀ ਆਖੀ ਚਲੋ ਇਸ਼ਨਾਨ ਕਰ ਲਾ, ਸਕੂਲ ਚਲੇ ਜਾ, ਪ੍ਰਸ਼ਾਦਾ ਛਕ ਲਾ, ਕੀ ਉਹ ਸੁੱਤਾ ਪਿਆ ਛਕ ਲੇਗਾ? ਕੀ ਉਹ ਸੁੱਤਾ ਪਿਆ ਸਕੂਲ ਚਲਾ ਜਾਏਗਾ? ਕੀ ਉਹ ਸੁੱਤਾ ਪਿਆ ਇਸ਼ਨਾਨ ਕਰ ਲੇਗਾ? ਉਹਨੇ ਸੁੱਤੇ ਨੂੰ ਤਾਂ ਪਤਾ ਹੀ ਨਹੀਂ ਵੀ ਕੀ ਕਹਿੰਦੇ ਨੇ। ਹੁਣ ਇਸੇ ਤਰ੍ਹਾਂ ਹੀ ਸਾਡਾ ਮਨ ਹੈ, ਜਦੋਂ ਇਹ ਸੁੱਤਾ ਹੁੰਦਾ, ਸੁੱਤੇ ਨੂੰ ਨਹੀਂ ਪਤਾ ਵੀ ਗੁਰਬਾਣੀ ਗੁਰੂ ਕੀ ਕਹਿੰਦੇ ਨੇ। ਸੁੱਤਾ ਆਖੇ ਨਹੀਂ ਲੱਗਦਾ, ਸੁੱਤਾ ਕਹਿਣਾ ਨਹੀਂ ਮੰਨੇਗਾ। ਜਦੋਂ ਮਨ ਜਾਗੇਗਾ ਫਿਰ ਇਹ ਆਗਿਆਕਾਰੀ ਬਣੇਗਾ, ਫਿਰ ਇਹ ਕਹਿਣਾ ਮੰਨੇਗਾ। ਹੁਣ ਮਨ ਜਾਗੇਗਾ ਕਿਵੇਂ? ਜਗਾਉਣ ਵਾਸਤੇ ਫਿਰ ਇਹ ਸਿਮਰਨ। ਮਹਾਰਾਜ ਇਸ ਲਈ ਫਰਮਾਉਂਦੇ, ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਬਈ ਪਹਿਲਾਂ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਜਿਵੇਂ ਹੁਣ ਜੇ ਬੱਚੇ ਨੂੰ ਮਾਤਾ ਪਿਤਾ ਨੇ ਸਕੂਲ ਭੇਜਣਾ, ਇਸ਼ਨਾਨ ਕਰਾਉਣਾ, ਪ੍ਰਸ਼ਾਦਾ ਭੋਜਨ ਛਕਾਉਣਾ, ਤੇ ਉਹਨੂੰ ਸੁੱਤੇ ਨੂੰ ਪਹਿਲਾਂ ਜਗਾਉਣਗੇ। ਜਦੋਂ ਜਾਗੇਗਾ ਫਿਰ ਹੀ ਉਹ ਆਖੇ ਲੱਗੇਗਾ, ਫਿਰ ਹੀ ਕਹਿਣਾ ਮੰਨੇਗਾ। ਹੁਣ ਇਸੇ ਤਰ੍ਹਾਂ ਹੀ ਪਹਿਲਾਂ ਜਦੋਂ ਹੁਣ ਅਸੀਂ ਸੁੱਤੇ ਹੋਏ ਮਨ ਨੂੰ ਜਗਾਵਾਂਗੇ ਤੇ ਜਗਾਉਣਾ ਪੈਣਾ ਇਹਨੂੰ ਸਿਮਰਨ ਕਰਕੇ। ਜਿਵੇਂ ਹੁਣ ਬੱਚਾ ਘੂਕ ਸੁੱਤਾ ਪਿਆ, ਸੁੱਤੇ ਨੂੰ ਹੁਣ ਮਾਂ ਪਿਓ ਆਖਣ ਵੀ ਮੂੰਹ ਦੇ ਵਿੱਚ ਹੀ ਬੋਲੀ ਚੱਲੀਏ ਜੀ, ਵੀ ਉਹਨੂੰ ਉੱਦਾਂ ਉੱਚੀ ਆਵਾਜ਼ ਦੇ ਕੇ ਨਾ ਠਾਉਣ, ਉਹਨੂੰ ਉੱਦਾਂ ਮੂੰਹ 'ਚ ਆਪਦੇ ਹੀ ਬੋਲੀ ਜਾਣ ਵੀ ਉੱਠ ਖੜ ਉੱਠ ਖੜ, ਤੇ ਉਹਦੇ ਤੱਕ ਤਾਂ ਆਵਾਜ਼ ਹੀ ਨਹੀਂ ਪਹੁੰਚਣੀ, ਸੁੱਤਾ ਪਿਆ ਘੂਕ। ਹੁਣ ਉਹਨੂੰ ਸੁੱਤੇ ਨੂੰ ਜਗਾਉਣ ਵਾਸਤੇ ਉਹਨਾਂ ਨੂੰ ਉੱਚੀ ਆਵਾਜ਼ ਦੇਣੀ ਪੈਣੀ ਵੀ ਸੁੱਤਾ ਹੋਇਆ ਜਾਗ। ਹੁਣ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਮਨ ਹੈ, ਇਹ ਇੰਨਾ ਘੂਕ ਸੁੱਤਾ ਪਿਆ ਮਾਇਆ ਦੇ ਵਿੱਚ। ਜਿਸ ਵਰਥਾਏ ਮਹਾਰਾਜ ਫਰਮਾਉਂਦੇ, ਤਿਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਨ। ਬਈ ਇਹ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਮਾਇਆ ਦੇ ਵਿੱਚ ਗੂੜੀ ਨੀਂਦੇ ਸੌਂ ਗਏ। ਹੁਣ ਸੁੱਤੇ ਹੋਏ ਨੂੰ ਜੇ ਅਸੀਂ ਆਖੀ ਵੀ ਬੋਲੀਏ ਹੀ ਨਾ ਜੀ, ਸਿਮਰਨ ਬੋਲ ਕੇ ਕਰਨ ਦੀ ਕੀ ਲੋੜ, ਉੱਚੀ ਕਰਨ ਦੀ ਕੀ ਲੋੜ ਹੈ? ਵੀ ਇਹ ਤਾਂ ਮੁੱਖ ਤੋਂ ਬੋਲਣ ਦੀ ਲੋੜ ਹੀ ਨਹੀਂ, ਸੁਰਤੀ ਦੁਬਾਰਾ ਕਰੀ ਚੱਲ, ਤੇ ਸੁਰਤੀ ਦੁਬਾਰਾ ਤਾਂ ਸਾਤੋਂ ਹੋਣਾ ਹੀ ਨਹੀਂ। ਕਿਉਂਕਿ ਜਦ ਤੱਕ ਇਹ ਸੁੱਤਾ, ਜਦ ਤੱਕ ਇਹਨੂੰ ਉੱਚੀ ਆਵਾਜ਼ ਨਹੀਂ ਦੇਵਾਂਗੇ, ਇਹ ਜਾਗੇਗਾ ਨਹੀਂ, ਇਹ ਸੁਣਨ ਦੀ ਅਵਸਥਾ 'ਚ ਨਹੀਂ ਆਏ। ਇਸ ਵਾਸਤੇ ਫਿਰ ਆਪਾਂ ਉੱਚੀ ਬੋਲਦੇ ਹਾਂ ਵੀ ਤਾਂ ਕਿ ਇਹ ਸੁੱਤਾ ਹੋਇਆ ਜਾਗੇ। ਜਦੋਂ ਇਹ ਜਾਗੇਗਾ ਫਿਰ ਇਹਨੂੰ ਸਤਿਗੁਰੂ ਜੋ ਕਹਿਣਗੇ, ਫਿਰ ਸਤਿਗੁਰਾਂ ਦੇ ਆਖੇ ਲੱਗੇਗਾ। ਫਿਰ ਪਹਿਲਾਂ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਸਿਮਰਨ ਕਰਦੇ ਹਾਂ, ਅਤੇ ਜਦੋਂ ਫਿਰ ਇਹ ਜਾਗੇਗਾ ਫਿਰ ਇਹਨੂੰ ਕਹਿੰਦੇ ਵੀ ਹੁਣ ਇਸ਼ਨਾਨ ਕਰ ਲੈ। ਕਿੱਥੇ ਇਸ਼ਨਾਨ ਕਰਨਾ? ਅੰਮ੍ਰਿਤਸਰ ਦੇ ਵਿੱਚ। ਜਦੋਂ ਹੁਣ ਮਨ ਜਾਗੇਗਾ ਤੇ ਅੰਮ੍ਰਿਤਸਰ 'ਚ ਇਸ਼ਨਾਨ ਕਰ ਲੇਗਾ। ਮਹਾਰਾਜ ਜੋ ਫਰਮਾਉਂਦੇ ਆਪਾਂ ਨੂੰ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਤੇ ਆਵੇ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ। ਵੀ ਜਿਹੜਾ ਗੁਰੂ ਦਾ ਸਿੱਖ ਹੈ, ਉਹਨੇ ਸਭ ਤੋਂ ਪਹਿਲਾਂ ਸਿਮਰਨ ਕਰਨਾ। ਸਿਮਰਨ ਕਰਨ ਤੋਂ ਬਾਅਦ, ਧਿਆਉਣ ਤੋਂ ਬਾਅਦ ਫਿਰ ਉਹਨੇ ਅੰਮ੍ਰਿਤਸਰ 'ਚ ਇਸ਼ਨਾਨ ਕਰ। ਹੁਣ ਜੇ ਤਾਂ ਮਨ ਜਾਗੇਗਾ, ਉਹ ਅੰਮ੍ਰਿਤਸਰ 'ਚ ਇਸ਼ਨਾਨ ਕਰ ਲਏਗਾ। ਫਿਰ ਇਸ਼ਨਾਨ ਹੋ ਗਿਆ, ਫਿਰ ਉਹਨੂੰ ਕਹਿਣਾ ਵੀ ਭੋਜਨ ਛਕ ਲੈ। ਹੁਣ ਜੇ ਤਾਂ ਮਨ ਜਾਗੇਗਾ, ਫਿਰ ਉਹਨੂੰ ਪਤਾ ਵੀ ਮੇਰਾ ਭੋਜਨ ਕੀ ਹੈ, ਅੰਮ੍ਰਿਤ ਰਸ। ਜਦੋਂ ਮਨ ਜਾਗੇਗਾ ਫਿਰ ਇਹ ਭੋਜਨ ਕਰ ਲਏਗਾ। ਜਿਨ੍ਹਾਂ ਨੇ ਕੀਤਾ ਉਹ ਫਿਰ ਗੁਰਮੁਖ ਦੱਸਦੇ ਵੀ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਸਾਡੇ ਵਾਸਤੇ ਭੋਜਨ ਹੈ, ਛਤੀ ਪ੍ਰਕਾਰ ਦਾ, ਜਿਹਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋ ਜਾਂਦੀ। ਮਹਾਰਾਜ ਫਰਮਾਉਂਦੇ, ਹਰ ਨਾਮ ਹਮਾਰਾ ਭੋਜਨ, ਛਤੀ ਪ੍ਰਕਾਰ ਜਿਤ ਖਾਇਆ ਹਮਕੋ ਤ੍ਰਿਪਤ ਪਈ। ਹੁਣ ਜੇ ਤਾਂ ਮਨ ਜਾਗੇਗਾ ਤੇ ਭੋਜਨ ਛਕੇਗਾ ਅੰਮ੍ਰਿਤ। ਜੇ ਹੁਣ ਜਾਗਿਆ ਹੀ ਨਹੀਂ ਤੇ ਸੁੱਤੇ ਪਏ ਨੂੰ ਤੁਸੀਂ ਆਖੀ ਚਲੋ ਅੰਮ੍ਰਿਤਸਰ 'ਚ ਇਸ਼ਨਾਨ ਕਰ ਲਏ, ਤੇ ਸੁੱਤੇ ਨੂੰ ਕੀ ਪਤਾ ਵੀ ਅੰਮ੍ਰਿਤਸਰ ਕਿੱਥੇ ਹੈ?
ਸੁਤੇ ਨੂੰ ਕਹੀ ਚੱਲੋ ਵੀ ਭੋਜਨ ਛਕ ਲੈ, ਤੇ ਸੁਤੇ ਨੂੰ ਤਾਂ ਸਾਰੀ ਨਹੀਂ ਭੋਜਨ ਦੀ, ਉਹਨੂੰ ਪਤਾ ਹੀ ਨਹੀਂ ਵੀ ਭੋਜਨ ਹੈ ਕਿੱਥੇ ਤੇ ਕਿੱਥੋਂ ਛਕਣਾ। ਫਿਰ ਜਦੋਂ ਇਹ ਜਾਗੇਗਾ, ਮਨ ਜਾਗੇ ਦੀ ਅਵਸਥਾ, ਫਿਰ ਇਹਨੇ ਅੰਮ੍ਰਿਤਸਰ 'ਚ ਇਸ਼ਨਾਨ ਕਰਕੇ ਫਿਰ ਇਹਨੇ ਭੋਜਨ ਵੀ ਛਕ ਲੈਣਾ। ਫਿਰ ਇਹਨੂੰ ਕਹਿੰਦੇ ਵੀ ਹੁਣ ਭੋਜਨ ਛਕ ਲਿਆ, ਵੀ ਹੁਣ ਤੂੰ ਆਪਦੀ ਜਿਹੜੀ ਕਿਰਤ ਹੈ ਉਹ ਕਿਰਤ ਕਰ ਲੈ। ਫਿਰ ਮਨ ਦੀ ਜਿਹੜੀ ਕਿਰਤ ਹੈ ਉਹ ਹੈ ਸਿਮਰਨ ਕਰਨਾ ਅਤੇ ਮਾਲਕ ਦੀ ਸਿਫਤ ਕਰਨੀ, ਵਡਿਆਈ ਕਰਨੀ। ਇਹਨੂੰ ਫਿਰ ਕਹਿੰਦੇ ਵੀ ਵਣਜ ਕਰ ਲਾ, ਵਪਾਰ ਕਰ ਲਾ। ਫਿਰ ਇਹਨੇ ਵਣਜ ਕਰਨਾ, ਫਿਰ ਇਹਨੇ ਵਪਾਰ ਕਰਨਾ। ਫਿਰ ਮਨ ਦਾ ਵਣਜ ਕੀ ਹੈ, ਮਨ ਦਾ ਵਪਾਰ ਕੀ ਹੈ? ਫਿਰ ਇਹਦਾ ਵਣਜ, ਇਹਦਾ ਵਪਾਰ ਹੈ ਸੱਚ ਤੇ ਨਾਮ ਦੀ ਮਹਿਮਾ ਕਰਨੀ, ਜਿਸ ਨੂੰ ਫਿਰ ਮਹਾਰਾਜ ਦੱਸਦੇ ਵੀ ਸਾਡਾ ਨਾਮ ਹੀ ਜਿਹੜਾ ਉਹ ਭੋਜਨ ਹੈ, ਅਤੇ ਗੁਰਮੁਖਾਂ ਨੇ ਜਿਹੜਾ ਪਹਿਨਣਾ ਸਿਫਤ ਸਲਾਹ ਦਾ ਕੱਪੜਾ ਉਹ ਵੀ ਨਾਮ, ਅਤੇ ਨਾਮ ਦਾ ਹੀ ਵਣਜ ਕਰਨਾ, ਨਾਮ ਦਾ ਹੀ ਵਪਾਰ ਕਰਨਾ। ਮਹਾਰਾਜ ਫਰਮਾਉਂਦੇ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਈ। ਹਰ ਨਾਮ ਹਮਾਰਾ ਪਹਿਨਣ ਜਿਤ, ਫਿਰ ਨੰਗੇ ਨਾ ਹੋ ਗਈ, ਹੋਰ ਪਹਿਨਣ ਕੀ ਹਮਾਰੀ ਸਰਦ ਗਈ। ਹਰ ਨਾਮ ਹਮਾਰਾ ਵਣਜ, ਹਰ ਨਾਮ ਵਪਾਰ। हर नामे की हमको सतगुर कार कुन्नी दी, हर नामे का हम लेखा लिखिया, सब जम की अगली कान गई। फिर उन्होंने गुरमुखां ने जिहड़ा मन जागे, फिर उन्हें वपार करना। वपार किवें हुंदा, जदों हुण आपां ये सारी संगत रूप दे विच जिवें इकट्ठे हुंदे, एक जना आप शब्द की विचार करते हैं, बाकी ध्यान नाल सुनते हैं, इनू कहते वणज करना, वपार कर। भी जिहड़ा धन सवासां दा अपना भी जमा ते होरां दा भी सारिआं दा जमा करा देना निर्गुण दे खजाने च। महाराज इस वरताई फरमाउंदे वणज करो वणजारी हो, वखर लिओ संभाल। तो ऐसी वस्त वसाइए जैसी निभे नाल, अगे सौ सजान है। लैसी वस संभाल भाई रे, राम कहो चित लाई। बई असीं किवें चित ला के, किवें एक चित हो के राम कहना, वाहिगुरू कहना, किवें असीं आपदे जिहड़े वखर ने ये सवास इन्हां नूं साਂਭਣਾ, इन्हां नूं निर्गुण दे खजाने च जमा कराउणा। ਇਹਨੂੰ ਫਿਰ ਕਹਿੰਦੇ ਵਣਜ ਕਰਨਾ, ਵਪਾਰ ਕਰ। ਗੁਰਮੁਖ ਫਿਰ ਇਹ ਵਪਾਰ ਕਰ ਨਾਮ ਦਾ, ਸੱਚ ਦਾ। ਉਹਨਾਂ ਨੂੰ ਕਹਿੰਦੇ ਵੀ ਇਹ ਗਿਆਨੀ, ਗਿਆਨੀਆਂ ਦੇ ਕੋਲ ਜਿਹੜਾ ਧਨ ਹੈ ਉਹ ਹੈ ਪਰਮਾਤਮਾ ਦਾ ਨਾਮ, ਅਤੇ ਉਹ ਫਿਰ ਨਾਮ ਦਾ ਸਹਿਜ ਦੇ ਵਿੱਚ ਵਪਾਰ ਕਰਦੇ। ਮਹਾਰਾਜ ਫਰਮਾਉਂਦੇ ਗਿਆਨੀਆਂ ਕਾ ਧਨ ਹਰ ਨਾਮ ਹੈ, ਸਹਿਜ ਕਰੇ ਵਪਾਰ। ਵੀ ਉਹਨਾਂ ਨੇ ਸਹਿਜ ਦੇ ਵਿੱਚ ਵਪਾਰ ਕਰਨਾ, ਵਣਜ ਕਰਨਾ, ਉਹਨਾਂ ਨੇ ਸ਼ਬਦ ਦਾ ਲੰਗਰ ਲਾ ਦੇਣਾ। ਇਹਨੂੰ ਕਹਿੰਦੇ ਗੁਰਬਾਣੀ ਗੁਰੂ ਦੁਆਰਾ ਸ਼ਬਦ ਦਾ ਲੰਗਰ ਲਾਉਣਾ, ਜਗ ਕਰਦੇ। ਇਹ ਲਾਇਆ ਹੋਇਆ ਲੰਗਰ ਗੁਰੂ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਹੈ। ਇਹ ਐਸਾ ਲੰਗਰ ਹੈ ਸ਼ਬਦ ਦਾ, ਜਿੰਨਾ ਅਸੀਂ ਵਰਤਾਈ ਚੱਲਾਂਗੇ ਇਹ ਓਨਾ ਹੀ ਵਧੀ ਜਾਂਦਾ, ਘਟਦਾ ਹੀ ਨਹੀਂ, ਇਹਦੇ ਵਿੱਚ ਤੋਟ ਆਉਂਦੀ ਹੋਈ। ਮਾਰੇ ਫਰਮਾਉਂਦੇ ਲੰਗਰ ਚੱਲੇ ਗੁਰ ਸ਼ਬਦ ਹਰ, ਤੋਟ ਨਾ ਆਵੀ ਖਟੀਏ। ਵੀ ਜਿੰਨਾ ਅਸੀਂ ਵਰਤਾਈ ਚੱਲਾਂਗੇ ਇਹਦੇ ਵਿੱਚ ਤੋਟ ਆਉਣੀ ਨਹੀਂ। ਜਿੰਨਾ ਅਸੀਂ ਇਕੱਠੇ ਬੈਠ ਕੇ ਛਕਾਂਗੇ, ਜਿੰਨੇ ਵੱਧ ਜਾਣੇ ਛਕਾਂਗੇ ਓਨਾ ਹੀ ਹੋਰ ਵੱਧਦਾ ਜਾਣਾ। ਮਾਰੇ ਫਰਮਾਉਂਦੇ ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਈ। ਬਈ ਜਿੰਨਾ ਅਸੀਂ ਛਕਾਂਗੇ, ਜਿੰਨਾ ਅਸੀਂ ਵਰਤਾਵਾਂਗੇ ਰਲ ਮਿਲ ਕੇ, ਇਹ ਓਨਾ ਹੀ ਵੱਧਦਾ ਜਾਣਾ, ਹੋਰ ਇਹਦੇ ਵਿੱਚ ਤੋਟ ਆਉਣੀ ਕੋਈ। ਇਹ ਜਿਹੜਾ ਭੰਡਾਰਾ, ਇਹ ਜਿਹੜਾ ਖਜ਼ਾਨਾ, ਇਹ ਪਰਮਾਤਮਾ 'ਚ, ਇਹ ਘਟਦਾ ਨਹੀਂ, ਇਹ ਹੋਰ ਵੱਧਦਾ ਜਾਂਦਾ। ਮਾਰੇ ਫਰਮਾਉਂਦੇ ਮੇਰੇ ਰਾਮ ਕੋ ਭੰਡਾਰ,
ਖਾਦ ਖਰਚ ਕਿਛ ਤੋਟ ਨਾ ਆਵੇ, ਅੰਤ ਨਹੀਂ ਹਰ ਪਾਰਾਵਾਰ। ਇਹਦਾ ਅੰਤ ਹੀ ਨਹੀਂ, ਇਹ ਖਜ਼ਾਨਾ ਕੋਈ ਮੁੱਕਣ ਵਾਲਾ ਹੀ ਨਹੀਂ, ਚਾਹੇ ਆਪਾਂ ਸਾਰੀ ਉਮਰ ਵਰਤਾਉਂਦੇ ਰਹੀਏ, ਇਹਨੇ ਖਤਮ ਹੋਣਾ ਹੀ ਨਹੀਂ, ਇਹਨੇ ਹੋਰ ਵਧੀ ਜਾਣਾ। ਇਸ ਵਾਸਤੇ ਫਿਰ ਕਹਿੰਦੇ ਵੀ ਗੁਰਮੁਖ ਇਹ ਸ਼ਬਦ ਦਾ ਲੰਗਰ ਲਾਉਂਦੇ ਸਾਡੇ ਮਨਾਂ ਵਾਸਤੇ। ਜਿਹੜੇ ਗੁਰਮੁਖ ਫਿਰ ਇਹ ਲੰਗਰ ਨੂੰ ਛਕਦੇ, ਉਹਨਾਂ ਦੇ ਮਨ ਨੂੰ ਸੁੱਖ ਮਿਲਦਾ, ਉਹਨਾਂ ਦੇ ਮਨ ਨੂੰ ਸ਼ਾਂਤੀ ਆਉਂਦੀ, ਉਹਨਾਂ ਦਾ ਮਨ ਹੈ ਜਿਹੜਾ ਉਹ ਆਨੰਦ ਅਵਸਥਾ ਦੇ ਵਿੱਚ ਆ ਜਾਂਦਾ, ਉਹ ਸੁੱਖ ਦੀ ਪ੍ਰਾਪਤੀ ਕਰਦੇ, ਉਹਨਾਂ ਦੇ ਮਨ ਨੂੰ ਵਿਸ਼ਰਾਮ ਆਉਂਦਾ, ਉਹਨਾਂ ਦੇ ਮਨ ਦੀ ਤ੍ਰਿਪਤੀ ਹੁੰਦੀ। ਜਿਵੇਂ ਆਪਾਂ ਤਨ ਦਾ ਭੋਜਨ ਕਰਦੇ ਹਾਂ, ਉਹਦੇ ਨਾਲ ਸਾਡੇ ਤਨ ਦੀ ਤ੍ਰਿਪਤੀ ਹੁੰਦੀ, ਸਾਡਾ ਤਨ ਰੱਜ ਜਾਂਦਾ ਸਰੀਰ। ਜਦੋਂ ਅਸੀਂ ਮਨ ਨੂੰ ਭੋਜਨ ਦੇਵਾਂਗੇ ਤਾਂ ਇਹਦੇ ਨਾਲ ਸਾਡੇ ਮਨ ਦੀ ਤ੍ਰਿਪਤੀ ਹੋਏਗੀ, ਸਾਡੇ ਮਨ ਨੂੰ ਸਬਰ ਆਏਗਾ, ਇਹਦੇ ਨਾਲ ਸਾਨੂੰ ਸੰਤੋਖ ਆਏਗਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਿਵੇਂ ਤਨ ਦਾ ਭੋਜਨ ਅਸੀਂ ਰੋਜ਼ ਛਕਦੇ ਹਾਂ, ਜਿਵੇਂ ਤਨ ਵਾਸਤੇ ਅਸੀਂ ਕਿਰਤ ਕਰਦੇ ਹਾਂ, ਕਰਮ ਕਰਦੇ ਹਾਂ। ਕੋਈ ਜੀਵ ਦਿਹਾੜੀ ਕਰਦਾ, ਕੋਈ ਨੌਕਰੀ ਕਰਦਾ, ਕੋਈ ਖੇਤੀਬਾੜੀ ਕਰਦਾ, ਕੋਈ ਦੁਕਾਨਦਾਰੀ ਕਰਦਾ, ਕਾਹਦੇ ਵਾਸਤੇ? ਤਨ ਵਾਸਤੇ, ਸਰੀਰ ਵਾਸਤੇ। ਹੁਣ ਜਿਵੇਂ ਅਸੀਂ ਤਨ ਵਾਸਤੇ ਕਰਦੇ ਹਾਂ, ਇਸੇ ਤਰ੍ਹਾਂ ਨਾਲ ਨਾਲ ਅਸੀਂ ਮਨ ਵਾਸਤੇ ਕਰਨਾ। ਮਨ ਵਾਸਤੇ ਫਿਰ ਇਹ ਸਿਮਰਨ ਅਭਿਆਸ, ਸਤ ਸੰਗਤ, ਪਰਮਾਤਮਾ ਦੇ ਗੁਣ ਗਾਉਣੇ, ਉਹਦੀ ਵਿਚਾਰ ਕਰਨੀ, ਇਹ ਸਾਡੇ ਮਨ ਵਾਸਤੇ। ਮਹਾਰਾਜ ਤਾਂਹੀਓ ਸਮਝਾਉਂਦੇ ਵੀ ਜਦੋਂ ਅਸੀਂ ਰੋਜ਼ ਸਿਮਰਨ ਕਰਾਂਗੇ, ਸੰਗਤ ਕਰਾਂਗੇ, ਇਥੋਂ ਅਸੀਂ ਦਿਹਾੜੀ ਲਾਹਾ ਖੱਟ ਕੇ ਆਪਦੇ ਘਰ ਨੂੰ ਵਾਪਸ ਜਾਵਾਂਗੇ। ਫਰਮਾਉਂਦੇ ਨੇ ਹਰ ਹਰ ਨਿਤ ਜਪਿਓ ਜੀਓ, ਲਾਹਾ ਖੱਟਿਓ ਦਿਹਾੜੀ। ਵੀ ਇੱਥੇ ਅਸੀਂ ਪਰਦੇਸ ਵਿੱਚ ਦਿਹਾੜੀ ਕਰਨ ਵਾਸਤੇ ਆਉਂਦੇ, ਕਿਰਤ ਕਰਨ ਵਾਸਤੇ ਆਉਂਦੇ। ਸਵੇਰੇ ਆਏ, ਰਾਤ ਨੂੰ ਅਸੀਂ ਇੱਥੋਂ ਹੁਣ ਵਾਪਸ ਜਾਣਾ ਆਪਦੇ ਦੇਸ਼ ਨੂੰ, ਆਪਦੇ ਘਰ। ਜੇ ਤਾਂ ਹੁਣ ਅਸੀਂ ਇੱਥੇ ਕਮਾਈ ਕੀਤੀ ਹੈ, ਫਿਰ ਤਾਂ ਅਸੀਂ ਖੁਸ਼ੀ ਖੁਸ਼ੀ ਆਪਦੇ ਘਰ ਨੂੰ ਵਾਪਸ ਜਾਵਾਂਗੇ ਵੀ ਕਮਾਈ ਕਰਕੇ ਚੱਲੇ। ਜੇ ਹੁਣ ਕਮਾਈ ਕੀਤੀ ਕੋਈ ਨਹੀਂ ਤੇ ਘਰ ਨੂੰ ਤਾਂ ਜਾਣਾ, ਤੇ ਫਿਰ ਸਾਨੂੰ ਖੁਸ਼ੀ ਕੋਈ ਨਹੀਂ ਹੁੰਦੀ ਕਿਉਂਕਿ ਕਮਾਈ ਨਹੀਂ ਕੀਤੀ। ਜਦੋਂ ਘਰ ਜਾਵਾਂਗੇ ਮਾਂ ਪਿਓ ਤੋਂ ਜਾ ਕੇ ਝਿੜਕਾਂ ਮਿਲਣੀ ਵੀ ਇੰਨਾ ਕੀਮਤੀ ਵਡਮੁੱਲਾ ਧਨ ਤੁਹਾਨੂੰ ਦੇ ਕੇ ਭੇਜਿਆ ਸੀ, ਸਵਾਸਾਂ ਦਾ ਧਨ ਸਾਨੂੰ ਰੋਜ਼ ਦੇ ਕੇ ਭੇਜ, ਵੀ ਇਹਨਾਂ ਸਵਾਸਾਂ ਦੇ ਨਾਲ ਤੁਸੀਂ ਹੁਣ ਵਣਜ ਕਰਨਾ, ਵਪਾਰ ਕਰ, ਲਾਹਾ ਖੱਟਣਾ ਤੇ ਕਮਾਈ ਕਰਕੇ ਵਾਪਸ ਆਉਣਾ। ਤੇ ਧਨ ਬੜਾ ਵਡਮੁੱਲਾ ਕੀਮਤੀ ਹੈ। ਜਿਸ ਲੋਕ ਦੇ ਵਿੱਚ ਤੁਸੀਂ ਚੱਲੇ ਪਰਦੇਸ ਦੇ ਵਿੱਚ, ਉਸ ਪਰਦੇਸ ਦੀ ਸਾਰੀ ਧਨ ਦੌਲਤ ਇਕੱਠੀ ਕਰ ਲਈਏ ਤੇ ਆਖੀਏ ਵੀ ਇੱਕ ਸਾਹ ਦੇ ਦਿਓ, ਇਹ ਨਹੀਂ ਮਿਲਣਾ। ਇਹ ਇੰਨਾ ਜ਼ਿਆਦਾ ਕੀਮਤੀ ਹੈ, ਵਡਮੁੱਲਾ। ਤੇ ਆਪਾਂ ਨੂੰ ਸਮਝਾਉਂਦੇ ਵੀ ਇਹ ਸਵਾਸਾਂ ਨੂੰ ਵਿਅਰਥ ਨਹੀਂ ਖਰਚ ਕਰਨਾ, ਬਹੁਤ ਕੀਮਤੀ ਨੇ, ਅਜਾਈ ਨਹੀਂ ਖਰਾਬ ਕਰਨੀ। ਜਿੱਥੇ ਲੋੜ ਹੈ ਉੱਥੇ ਹੀ ਵਰਤਣਾ, ਨਹੀਂ ਤਾਂ ਇਹਦੇ ਦੁਆਰਾ ਤੁਸੀਂ ਵਣਜ ਕਰਨਾ, ਵਪਾਰ ਕਰਨਾ ਤੇ ਲਾਹਾ ਖੱਟ ਕੇ ਘਰ ਵਾਪਸ ਆਉਣਾ। ਤੇ ਜੇ ਤਾਂ ਹੁਣ ਅਸੀਂ ਇੱਥੇ ਗੁਰੂ ਦੀ ਮੱਤ ਦੁਆਰਾ ਚੱਲਦੇ ਹਾਂ, ਵਣਜ ਕਰਦੇ ਹਾਂ, ਵਪਾਰ ਕਰਦੇ ਹਾਂ, ਫਿਰ ਤਾਂ ਅਸੀਂ ਇੱਥੋਂ ਲਾਹਾ ਖੱਟ ਕੇ ਜਾਂਦੇ। ਜਿਹੜੇ ਜੀਵ ਹੁਣ ਸਿਮਰਨ ਕਰਦੇ ਨਹੀਂ, ਨਾ ਸਤ ਸੰਗਤ ਕਰਦੇ, ਉਹ ਲਾਹਾ ਨਹੀਂ ਖੱਟਦੇ। ਉਹਨਾਂ ਨੂੰ ਜਿਹੜਾ ਧਨ ਦੇ ਕੇ ਭੇਜਿਆ ਸੀ ਉਹ ਵੀ ਇੱਥੇ ਵਿਅਰਥ ਖਰਾਬ ਕਰਕੇ ਵਾਪਸ ਜਾਂਦੇ। ਜਦੋਂ ਵਾਪਸ ਜਾਂਦੇ ਰਾਤ ਨੂੰ ਘਰ ਤੇ ਮਾਲਕ ਤੋਂ ਝਿੜਕਾਂ ਪੈਂਦੀ ਵੀ ਹੁਣ ਵੇਲਾ ਸੀ, ਹੁਣ ਵਤਰ ਸੀ, ਹੁਣ ਮੌਕਾ ਸੀ। ਜੇ ਹੁਣ ਤੁਸੀਂ ਨਾਮ ਦੀ ਖੇਤੀ ਨਹੀਂ ਕਰੋਗੇ ਤੇ ਹੁਣ ਤੁਸੀਂ ਭੁੱਖੇ ਕੀ ਖਾਓਗੇ ਅੱਗੇ? ਹੁਣ ਵਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜਿਵੇਂ ਹੁਣ ਮਾਂ ਪਿਓ ਸੰਸਾਰੀ ਬੱਚੇ ਨੂੰ ਸਮਝਾਉਂਦੇ ਵੀ ਜੇ ਤੂੰ ਕੰਮ ਨਹੀਂ ਕਰੇਗਾ ਤੂੰ ਕੀ ਖਾਏ ਪੀਏਗਾ, ਤੇਰਾ ਪਰਿਵਾਰ ਕਿਵੇਂ ਚੱਲੂ। ਹੁਣ ਇਸੇ ਤਰ੍ਹਾਂ ਹੀ ਸਾਡੇ ਮਾਤਾ ਪਿਤਾ ਮਨ ਨੂੰ ਸਮਝਾਉਂਦੇ ਵੀ ਤੂੰ ਜੇ ਕਿਰਤ ਨਹੀਂ ਕਰੇਗਾ, ਜੇ ਤੂੰ ਸਿਮਰਨ ਨਹੀਂ ਕਰੇਗਾ ਤੇ ਹੁਣ ਤੂੰ ਭੁੱਖਾ ਕੀ ਖਾਏਂਗਾ।
ਸੋ ਇਸ ਲਈ ਹੁਣ ਆਪਾਂ ਨੂੰ ਸਮਝਾਉਂਦੇ ਵੀ ਕੋਈ ਹੋਰ ਰੁੱਤ ਜਾਂ ਹੋਰ ਕੋਈ ਵੇਲਾ ਨਹੀਂ, ਹੋਰ ਕੋਈ ਆਕਾਰ ਨਹੀਂ। ਹੁਣੀ ਮੌਕਾ ਸਾਨੂੰ, ਹੁਣੀ ਵੇਲਾ ਹੈ। ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਨਾਮ ਦੀ ਕਮਾਈ ਕਰ। ਫਰਮਾਉਂਦੇ ਅਬ ਕਲੂ ਆਇਓ ਰੇਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਮਤ ਭਰਮ ਭੁੱਲੋ ਭੁੱਲੋ। ਬਈ ਜੇ ਅਸੀਂ ਆਖੀਏ ਵੀ ਹੁਣ ਨਹੀਂ ਜੀ, ਹਜੇ ਨਹੀਂ ਹੁੰਦਾ ਫੇਰ ਕਰ ਲਾਂਗੇ, ਜੇ ਸਾਤੋਂ ਹੁਣ ਨਹੀਂ ਹੁੰਦਾ ਫੇਰ ਕਦੋਂ ਕਰਾਂਗੇ। ਆਪਾਂ ਨੂੰ ਕਹਿੰਦੇ ਵੀ ਇਹਦੇ ਵਿੱਚ ਆਲਸ ਨਾ ਕਰੋ, ਢਿੱਲ ਨਾ ਕਰੋ। ਜੀਵ ਦਾ ਸੁਭਾਅ ਬਣ ਜਾਂਦਾ ਫਿਰ ਟਾਲਣ ਵਾਲਾ। ਜਿਵੇਂ ਜਦੋਂ ਅਸੀਂ ਬੱਚੇ ਹੁੰਦੇ ਹਾਂ, ਬਚਪਨ ਤੋਂ ਜੀਵ ਕਹਿੰਦਾ ਵੀ ਕੋਈ ਨਹੀਂ, ਬੱਚੇ ਨੇ, ਹਜੇ ਕੀ ਲੋੜ ਹੈ, ਬੱਚੇ ਤੋਂ ਜਵਾਨੀ ਤੇ ਟਾਲ ਦਿੱਤਾ। ਜਦੋਂ ਜਵਾਨ ਹੋ ਗਏ ਤੇ ਫਿਰ ਕਹਿੰਦਾ ਵੀ ਹਜੇ ਤਾਂ ਜਵਾਨੀ ਹੈ, ਹਜੇ ਤਾਂ ਮੌਜ ਮਸਤੀ ਕਰਨੀ, ਇਹ ਤਾਂ ਸਿਮਰਨ ਕਰਨਾ ਬੁਢੇਪੇ ਵਿੱਚ। ਬਈ ਜਦੋਂ ਵੱਡੇ ਹੋ ਜਾਵਾਂਗੇ ਕੋਈ ਨਹੀਂ ਫੇਰ ਕਰ ਲਾਂਗੇ, ਹਜੇ ਕੀ ਲੋੜ ਹੈ। ਤੇ ਜੀਵ ਵੱਡਾ ਹੋ ਜਾਂਦਾ। ਜਦੋਂ ਵਡੇਪਾ ਆ ਗਿਆ ਤੇ ਫੇਰ ਕਹਿ ਦੋ ਵੀ ਹੁਣ ਤਾਂ ਕਰ ਲੈ, ਤੇ ਜੀਵ ਉਦੋਂ ਕਿਹੜਾ ਕਰਦਾ ਵਡੇਪੇ ਵਿੱਚ। ਫਿਰ ਉਹ ਆਦਤ ਇੰਨੀ ਪੱਕ ਜਾਂਦੀ ਵੀ ਅੱਗੇ ਦੀ ਅੱਗੇ ਟਾਲਣ ਦੀ। ਫਿਰ ਜੇ ਕਿਸੇ ਵਡੇਪੇ 'ਚ ਤੁਸੀਂ ਆਖੋ ਤੇ ਉਹਨੂੰ ਕਹੋ ਵੀ ਸਿਮਰਨ ਕਰ ਲਓ, ਕਹਿੰਦੇ ਵੀ ਹੁਣ ਤਾਂ ਹੁੰਦਾ ਨਹੀਂ, ਗਾਂ ਹੀ ਕਰਾਂਗੇ ਹੁਣ। ਬਈ ਸਾਨੂੰ ਕੀ ਸਮਝਾਉਂਦੇ ਮਹਾਰਾਜ ਵੀ ਜੀਵ ਟਾਲੀ ਜਾ ਰਹੇ, ਅੱਜ ਨਹੀਂ ਕੱਲ੍ਹ ਕਰਾਂਗੇ, ਕੱਲ੍ਹ ਨਹੀਂ ਅੱਗੇ ਕਰਾਂਗੇ, ਅੱਗੇ ਕਰਾਂਗੇ। ਤੇ ਇੱਦਾਂ ਟਾਲਦੇ ਟਾਲਦੇ ਜੀਵ ਦੀ ਸਾਰੀ ਉਮਰ ਲੰਘ ਜਾਂਦੀ। ਤੇ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਂਦੇ ਵੀ ਇਹਦੇ ਵਿੱਚ ਤਾਂ ਇੱਕ ਛਿਨ ਵੀ ਢਿੱਲ ਨਾ ਕਰ, ਕਿਉਂਕਿ ਅਸੀਂ ਜਿਹੜਾ ਇੱਕ ਦਮ ਦੇ ਜੀਵ, ਆਸਾ ਆਇਆ ਅਗਲਾ ਪਤਾ ਨਹੀਂ ਆਵੇ ਕਿ ਨਾ ਆਵੇ। ਮਹਾਰਾਜ ਇਸ ਲਈ ਫਰਮਾਉਂਦੇ ਹਰ ਜਪਦਿਆਂ ਖਿੰਨ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੋ ਆਵੇ ਕਿ ਨਾ ਆਵੇ ਰਾਮ। ਵੀ ਮਤਾ ਇਹ ਕੀ ਪਤਾ ਵੀ ਅਗਲਾ ਸਾਹ ਆਵੇ ਕਿ ਨਾ ਆਵੇ। ਵੀ ਇਸ ਕਰਕੇ ਹਰੇਕ ਸਵਾਸ ਦੇ ਨਾਲ ਮਾਲਕ ਦਾ ਨਾਮ ਜਪ, ਕਿਉਂਕਿ ਆਪਣਾ ਜਿਹੜਾ ਜੀਵਨ, ਅਸੀਂ ਇੱਕ ਦਮ ਦੇ ਜੀਵਨ, ਜੇ ਸਾਨੂੰ ਆਹ ਦਮ ਆ ਰਹੇ ਤੇ ਅਸੀਂ ਆਦਮੀ, ਜੇ ਸਾਨੂੰ ਸਵਾਸ ਆ ਰਹੇ ਫੇਰ ਹੀ ਅਸੀਂ ਕਹਿੰਦੇ ਵੀ ਸਾਡਾ ਪਰਿਵਾਰ ਹੈ ਜੀ, ਸਾਡੇ ਧੀਆਂ ਪੁੱਤਰ ਨੇ, ਸਾਡਾ ਘਰ-ਬਾਰ ਹੈ, ਸਾਡਾ ਕੰਮ-ਕਾਰ ਹੈ। ਜੇ ਸਾਨੂੰ ਸਵਾਸ ਹੀ ਨਾ ਆਵੇ ਤੇ ਫਿਰ ਕਿਹੜਾ ਪਰਿਵਾਰ, ਕਿਹੜਾ ਘਰ-ਬਾਰ, ਕਿਹੜਾ ਕੰਮ-ਕਾਰ, ਸਭ ਇੱਥੇ ਦਾ ਇੱਥੇ ਪਿਆ ਰਹਿ ਜਾਣ। ਮਹਾਰਾਜ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਵੀ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਤੁਹਾਨੂੰ ਪ੍ਰਾਣ ਦੇ ਰਿਹਾ ਮਾਲਕ, ਜਿਹੜੇ ਪ੍ਰਾਣਾਂ ਕਰਕੇ ਤੁਹਾਡਾ ਜੀਵਨ, ਤੁਹਾਨੂੰ ਸਾਹ ਆ ਰਹੇ ਤੇ ਸਾਡਾ ਜੀਵਨ, ਤੁਸੀਂ ਪਹਿਲਾਂ ਸਾਹ ਦੇਣ ਵਾਲੇ ਨੂੰ ਮਿਲੋ ਵੀ ਤੁਹਾਨੂੰ ਸਾਹ ਦੇ ਕੇ ਜਿਉਂਦਾ ਕੌਣ ਰੱਖੇ, ਸਾਨੂੰ ਸਵਾਸ ਕੌਣ ਦੇ ਰਿਹਾ। ਜੋ ਮਾਲਕ ਸਾਨੂੰ ਸਵਾਸ ਦੇ ਰਿਹਾ ਉਹਦਾ ਸਿਮਰਨ ਕਰੋ, ਉਹਦੇ ਸਨਮੁਖ ਹੋਵੋ, ਉਹਨੂੰ ਮਿਲੋ ਪਹਿਲਾਂ। ਮਹਾਰਾਜ ਇਸ ਲਈ ਫਰਮਾਉਂਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨ ਜਾਣਾ, ਨਾਨਕ ਬਿਨ ਬੇਤਿਸੇ ਸਰੀਬੋ ਜਾ ਕੇ ਜੀ ਪ੍ਰਾਣਾ। ਵੀ ਜੋ ਮਾਲਕ ਸਾਨੂੰ ਪ੍ਰਾਣ ਦੇ ਰਿਹਾ, ਜਿਹਦਾ ਸਾਨੂੰ ਦਿੱਤਾ ਹੋਇਆ ਸਾਰਾ ਕੁਛ, ਸਾਨੂੰ ਸਵਾਸ ਦੇ ਰਿਹਾ, ਸਵਾਸਾਂ ਨਾਲ ਹੀ ਸਾਡਾ ਜੀਵਨ ਹੈ, ਜਿਹਨੇ ਸਾਡੀ ਸਿਰਜਣਾ ਕੀਤੀ। ਸਵਾਸ ਵੀ ਉਹਦੇ ਤੇ, ਆ ਮਾਸ ਵੀ ਉਹਦਾ ਹੀ ਦਿੱਤਾ ਹੋਇਆ, ਸਰੀਰ ਵੀ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਸਾਸ ਮਾਸ ਸਭ ਜੀਓ ਤੁਮਾਰਾ, ਤੂੰ ਮੈਂ ਖਰਾ ਪਿਆਰਾ। ਨਾਨਕ ਸ਼ਾਇਰ ਈਵ ਕਹਿਤ ਹੈ ਸੱਚੇ ਪਰਵਦਗਾਰਾ। ਬਈ ਤੂੰ ਸਾਡਾ ਸੱਚਾ ਪਰਵਦਗਾਰ, ਸਾਡਾ ਪਾਲਣਹਾਰ, ਜਿਹਨੇ ਸਾਨੂੰ ਸਾਰਾ ਕੁਛ ਦਿੱਤਾ ਹੈ। ਤੇ ਜਿਹਦਾ ਦਿੱਤਾ ਹੋਇਆ ਉਹਨੂੰ ਹੀ ਸੌਂਪਣਾ। ਜਿਵੇਂ ਕੋਈ ਪਰਾਈ ਅਮਾਨਤ ਹੁੰਦੀ, ਆਪਾਂ ਨੂੰ ਪਤਾ ਹੋਵੇ ਵੀ ਸਾਡੀ ਨਹੀਂ ਪਰਾਈ, ਜਿਹਦੀ ਅਮਾਨਤ ਹੈ, ਜੇ ਅਸੀਂ ਉਹਨੂੰ ਸੌਂਪ ਦਈਏ ਤੇ ਅਸੀਂ ਸੌਖੇ ਹੋ ਜਾਂਦੇ।
ਸਾਡੀ ਜਿਹੜੀ ਚਿੰਤਾ ਫਿਕਰ ਉਹ ਖਤਮ ਹੋ ਜਾਂਦੀ। ਔਰ ਇਸੇ ਤਰ੍ਹਾਂ ਹੀ ਸਤਿਗੁਰੂ ਸਾਨੂੰ ਸਮਝਾਉਂਦੇ, ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁੱਖ ਹੋਈ। ਵੀ ਜਿਹੜੀ ਪਰਾਈ ਅਮਾਨਤ ਹੋਵੇ ਕਿਉਂ ਰੱਖੀਏ ਆਪਦੇ ਕੋਲ, ਜਿਹਦੀ ਹੈਗੀ ਉਹਨੂੰ ਦੇ ਦਈਏ ਤੇ ਸੁਖੀ ਹੋ ਜਾਈਏ। ਹੁਣ ਆਪਣੇ ਵਿੱਚ ਆਪਣਾ ਕੁਛ ਨਹੀਂ ਹੈ, ਕਿਹਦਾ ਹੈ? ਪਰਮਾਤਮਾ ਦਾ, ਵਾਹਿਗੁਰੂ ਦਾ। ਜੇ ਉਹਦਾ ਅਸੀਂ ਉਹਨੂੰ ਹੀ ਸਾਰਾ ਕੁਝ ਸੌਂਪ ਦਈਏ ਤੇ ਫਿਰ ਸਾਨੂੰ ਕੋਈ ਦੁੱਖ ਨਹੀਂ ਹੁੰਦਾ, ਫਿਰ ਸਾਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਸਭ ਕੁਝ ਖਤਮ ਹੋ ਗਿਆ ਜਦੋਂ ਉਹਦਾ ਉਹਨੂੰ ਹੀ ਸੌਂਪ ਦਿੱਤਾ। ਇਸੇ ਵਾਸਤੇ ਜੀ ਬਾਬਾ ਕਬੀਰ ਜੀ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ में रहा ना हूँ, जब आपा पर का मिट गया जत देखूँ तत तू। बई तेरा नाम जपदे जपदे सारा कुछ तेरा ही हो गया, साडे विच अपना अपना कुछ रहा ही नहीं, क्योंकि तेरा ही ते तेरा तैनूं ही सौंप दिता ते साडे विच साडा अपना कुछ है ही नहीं। कबीर मेरा मुझ में किछ नहीं, जो किछ है सो तेरा, तेरा तुझको सौंपते क्या लागे मेरा। भी ਜਿਹਦਾ ਹੈਗਾ ਉਹਦਾ ਉਹਨੂੰ ਸੌਂਪ ਦਈਏ ਤੇ ਫਿਰ ਪਤਾ ਲੱਗਦਾ ਵੀ ਸਾਡੇ ਵਿੱਚ ਤਾਂ ਸਾਡਾ ਕੁਝ ਹੈ ਹੀ ਨਹੀਂ। ਹੁਣ ਜਦ ਤੱਕ ਅਸੀਂ ਦੋ ਚਿੱਤੀ ਵਿੱਚ, ਜਦ ਤੱਕ ਅਸੀਂ ਆਪਦੀ ਮੱਤ ਵਰਤਦੇ ਹਾਂ, ਅਸੀਂ ਕਹਿੰਦੇ ਸਾਡਾ, ਮਹਾਰਾਜ ਕਹਿੰਦੇ ਤੁਹਾਡਾ ਨਹੀਂ। ਮਨਮੁਖ ਤਾਂ ਗਾਂ, ਸਤਿਗੁਰ ਤਾਂ ਕਹਿੰਦੇ ਸਰੀਰ ਵੀ ਨਹੀਂ ਤੁਹਾਡਾ, ਵੀ ਇਹ ਵੀ ਪਰਾਈ ਅਮਾਨਤ। ਤੇ ਮਨਮੁਖ ਕਹਿੰਦਾ ਵੀ ਇਹ ਤਾਂ ਮੇਰਾ ਹੈਗਾ ਹੀ ਹੈਗਾ, ਗਾਂ ਦੂਜਿਆਂ 'ਤੇ ਵੀ ਕਬਜ਼ਾ ਕਰਤ। ਉਹ ਕਹਿੰਦਾ ਵੀ ਆਹ ਜਿਹੜਾ ਘਰ ਬਣਾਇਆ ਘਰ ਮੇਰਾ, ਇਹ ਜ਼ਮੀਨ ਜਾਇਦਾਦ ਮੇਰੀ, ਵੀ ਮੇਰਾ ਘਰ ਹੈ, ਮੇਰੀ ਜ਼ਮੀਨ ਹੈ, ਕੋਈ ਪੈਰ ਰੱਖ ਕੇ ਦਿਖਾਵੇ ਇਹਦੇ ਵਿੱਚ ਕਿਵੇਂ ਰੱਖ। ਮਹਾਰਾਜ ਕਹਿੰਦੇ ਕੀ ਕਹਿੰਦਾ, ਹੋਂ ਸਾਧੂ ਹੋਂ ਬਾਂਧੂ ਬੈਰ, ਹਮਰੀ ਭੂਮ ਕੌਣ ਘਾਲੇ ਪੈਰ। ਸਤਿਗੁਰੂ ਕਹਿੰਦੇ ਐਡਾ ਮੂਰਖ ਹੋ ਗਏ, ਵੀ ਉਹਨੂੰ ਮੂਰਖ ਕਹਿੰਦੇ ਜਿਹੜਾ ਸੰਸਾਰੀ ਧਨ ਦਾ, ਮਾਇਆ ਦਾ ਤੇ ਇਹ ਭੂਮ ਦਾ ਗੁਮਾਨ ਕਰਦਾ, ਜ਼ਮੀਨ ਜਾਇਦਾਦ। ਮਹਾਰਾਜ ਫਰਮਾਉਂਦੇ ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਗਿਆਨ। ਵੀ ਅੰਧ ਗਿਆਨੀ ਹੈ, ਅੰਨਾ, ਵੀ ਇਹਨੂੰ ਇੰਨੀ ਵੀ ਨਹੀਂ ਸੋਝੀ ਹੈ ਵੀ ਮੇਰਾ ਤਾਂ ਇਹ ਸਰੀਰ ਵੀ ਨਹੀਂ, ਹੋਰ ਤਾਂ ਮੇਰਾ ਹੋਣਾ ਕੀ ਹੈ ਇੱਥੇ। ਤੇ ਉਹਨੂੰ ਵੀ ਆਪਦਾ ਸਮਝਦਾ, ਮੇਰੀ ਧਰਤੀ, ਮੇਰਾ ਘਰ-ਬਾਰ, ਮੇਰੇ ਧੀਆਂ ਪੁੱਤਰ, ਗਾਂ ਉਹਨਾਂ ਨੂੰ ਵੀ ਆਪਦਾ ਕਹਿੰਦਾ। ਤੇ ਇਹ ਸੁੱਤੇ ਹੋਏ ਮਨ ਦੀ ਨਿਸ਼ਾਨੀ, ਜਿਹੜਾ ਹੁਣ ਸਾਰਾ ਕੁਛ ਆਪਦਾ ਸਮਝਦਾ, ਉਹ ਕਿੱਥੋਂ ਸਮਝੇਗਾ ਵੀ ਪਰਮਾਤਮਾ। ਹੁਣ ਇੱਦਾਂ ਬੋਲ ਦੇਣਾ ਇੱਕ ਵੱਖਰੀ ਗੱਲ ਹੈ, ਜਿਵੇਂ ਗੁਰਬਾਣੀ ਨੂੰ ਪੜ੍ਹਨਾ, ਵੀ ਬਾਬਾ ਕਬੀਰ ਜੀ ਨੇ ਕਹਿ ਦਿੱਤਾ ਤੇ ਆਪਾਂ ਵੀ ਪੜ੍ਹ ਲਿਆ। कबीर मेरा मुझ में किछ नहीं, जो किछ है सो तेरा, तेरा तुझको सौंपते क्या लागे मेरा। पढ़ ले। ਹੁਣ ਜੇ ਕੋਈ ਸਾਨੂੰ ਆਖੇ ਵੀ ਤੇਰਾ ਤੇਰੇ ਵਿੱਚ ਕੁਝ ਜਦੋਂ ਹੈ ਹੀ ਨਹੀਂ ਤੇ ਫਿਰ ਦੁੱਖ ਕਾਹਦਾ। ਤੇ ਪਰ ਅਸੀਂ ਫਿਰ ਵੀ ਦੁੱਖ ਮੰਨਦੇ, ਕਿਉਂਕਿ ਅਸੀਂ ਸਿਰਫ ਪੜ੍ਹੇ ਹੀ, ਅਸੀਂ ਮੰਨੇ। ਸੋ ਆਪਾਂ ਨੂੰ ਫਿਰ ਇਸ ਲਈ ਸਮਝਾਉਂਦੇ ਵੀ ਪੜ੍ਹਨਾ ਇੱਕ ਵੱਖਰੀ ਗੱਲ ਹੈ, ਉਸ ਅਵਸਥਾ ਦੇ ਵਿੱਚ ਪਹੁੰਚਣਾ ਉਹ ਇੱਕ ਵੱਖਰੀ ਗੱਲ। ਪਹੁੰਚਾਂਗੇ ਅਸੀਂ ਤਾਂ ਉਹ ਅਵਸਥਾ ਵਿੱਚ ਜਿਸ ਅਵਸਥਾ 'ਚ ਭਗਤਾਂ ਨੇ ਜਾ ਕੇ ਆਖਿਆ, ਜੇ ਅਸੀਂ ਗੁਰੂ ਦੀ ਮੱਤ ਲਵਾਂਗੇ, ਜੇ ਅਸੀਂ ਆਪਦੀ ਮੱਤ ਆਪਦੀ ਸਿਆਣਪ ਛੱਡਾਂਗੇ, ਜੇ ਅਸੀਂ ਇੱਕ ਮਨ ਇੱਕ ਚਿੱਤ ਹੋਵਾਂਗੇ, ਫਿਰ ਅਸੀਂ ਉਸ ਅਵਸਥਾ 'ਚ ਜਾਵਾਂਗੇ। ਅਤੇ ਉਸ ਅਵਸਥਾ ਜਾ ਕੇ ਫਿਰ ਸਾਡਾ ਮਨ ਮੰਨੇਗਾ ਸਹਿਜ ਦੇ ਵਿੱਚ ਵੀ ਮੇਰਾ ਮੇਰੇ ਵਿੱਚ ਕੁਝ ਨਹੀਂ ਹੈ। ਜਦ ਤੱਕ ਹੁਣ ਅਸੀਂ ਉਹ ਸਹਿਜ ਘਰ ਜਾਂਦੇ ਨਹੀਂ, ਉਹ ਅਵਸਥਾ 'ਚ ਜਾਂਦੇ ਨਹੀਂ, ਓਨਾ ਸਮਾਂ ਅਸੀਂ ਕਹਿੰਦੇ ਸਾਡਾ ਹੈ। ਅਤੇ ਜਦੋਂ ਅਸੀਂ ਕਹਿੰਦੇ ਆਪਣਾ ਹੈ ਤਾਂ ਫਿਰ ਹੀ ਸਾਨੂੰ ਦੁੱਖ ਹੁੰਦਾ। ਅਤੇ ਜਦੋਂ ਸਾਨੂੰ ਭੇਦ ਆ ਗਿਆ ਵੀ ਸਾਡਾ ਸਾਡੇ ਵਿੱਚ ਕੁਝ ਹੈ ਹੀ ਨਹੀਂ, ਪਰਮਾਤਮਾ ਦਾ, ਅਤੇ
तो फिर सानूं दुख भी नहीं कोई रहिंदा। इस वास्ते फिर आपां नूं समझाउंदे भी तुसीं घर आवो तो घर जाण वास्ते कहंदे भी एक चित हो, भी एक मन होवो तो एक मन हो के परमात्मा का सिमरन करो, उन्होंने ध्याओ। जिन्हों ने फिर एक मन हो के ध्याया ताइयों महाराज कहते भी उन्होंने गुरमुखां दे मुख सदा उजल ने सच्चे दरबार दे विच। ते इसलिए गुरु अमरदास जी फरमाउंदे जिन्नी एक मन नाम ध्याया गुरमति विचार, तैन के मुख सद उजले तित सच्चे दरबार। भी उन्होंने मुख सदा उजल जिन्हों ने एक मन हो के नाम नूं ध्याए, गुरु की मत लैके ध्याए। आपां नूं हुण समझाउंदे भी एक चित होने वास्ते सानूं ये सिमरन करना पैना, क्योंकि जदों असीं आपदी मत वरतदे हां साडी मत ही सानूं दो चित्ती च रखदी। जदों असीं आपदी मत आपदी सियाणप छड्ड दांगे तो सानूं गुरु की मत आ गई तो असीं एक चित हो जाण। आओ हुण किवें साडी ये दो चित्ती खत्म होनी, किवें साडी अपनी मत खत्म होनी, ਉਹਦੇ वास्ते जो सतगुरु आपां नूं इस वासगिरा सिमरन अभ्यास दस रहे ने। आओ सारे गुरमुख प्यारे करो जी शुरू। वाहे गुरु 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 वाहे
Guru Ai 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 Guru ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਸ ਸਿਮਰਨ ਅਭਿਆਸ ਕਰਦੇ ਹਾਂ, ਨਾਲ ਨਾਲ ਆਪਣੇ ਮਨ ਨੂੰ ਆਵਾ ਗੁਰੂ ਦੀ ਮੱਤ ਦੇਣੀ, ਗਿਆਨ ਦੇ ਆ ਕੇ ਆਪਣਾ ਜਿਹੜਾ ਮਨ ਹੈ ਇਹ ਸਹਿਜ ਦੇ ਵਿੱਚ ਆਪਣੇ ਘਰ ਚਲਾ ਜਾਵੇ। ਮਹਾਰਾਜ ਫਰਮਾਉਂਦੇ, ਮਨੂਆ ਕਿਉਂ ਘਰ ਵਾਸਾ ਵੀ ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਕਰਾਵੇ। ਗੁਰੂ ਦੀ ਮੱਤ ਦੇ ਕੇ ਮਨ ਨੂੰ ਆਪਾਂ ਘਰ ਲੈ ਕੇ ਜਾ ਸਕਦੇ, ਸਹਿਜ ਘਰ ਆਪਣੇ ਜਿਹੜਾ ਅਸਲ ਘਰ ਹੈ ਸਾਡਾ। ਔਰ ਉਹਦੇ ਵਾਸਤੇ ਆਪਾਂ ਵੱਧ ਤੋਂ ਵੱਧ ਅਭਿਆਸ ਕਰਨ ਵੀ ਤਾਂ ਕਿ ਸਾਡਾ ਮਨ ਰਾਜੀ ਹੋ ਜੇ ਘਰ ਜਾਣ ਵਾਸਤੇ। ਬਹਿੰਦੇ ਉੱਠਦੇ ਚੱਲਦੇ ਫਿਰਦੇ ਇਹ ਅਭਿਆਸ ਕੀਤੀ ਜਾਣ, ਅਤੇ ਨਾਲ ਨਾਲ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰ ਕੇ ਸ਼ਬਦ ਦਾ ਆਪ ਅਭਿਆਸ ਕਰਦੇ, ਫਿਰ ਨਾਲ ਨਾਲ ਗਿਆਨ ਦੀ ਮੱਤ ਦਿੱਤੀ ਜਾਣੀ ਮਨ, ਅਤੇ ਵੱਧ ਤੋਂ ਵੱਧ ਆਪਾਂ ਸੰਗਤ ਕਰਦੇ। ਜਿੰਨੀ ਆਪਾਂ ਸੰਗਤ ਕਰਦੇ ਹਾਂ ਓਨਾ ਹੀ ਸਾਨੂੰ ਗਿਆਨ ਦ੍ਰਿੜ ਹੁੰਦਾ। ਮਹਾਰਾਜ ਫਰਮਾਉਂਦੇ, ਸਤ ਸੰਗਤ ਮਿਲੇ ਤਾਂ ਦ੍ਰਿੜਤਾ ਆਵੇ, ਕਿ ਜਦੋਂ ਸਾਨੂੰ ਸਤ ਸੰਗਤ ਮਿਲਦੀ ਸਾਨੂੰ ਗਿਆਨ ਦ੍ਰਿੜ ਹੁੰਦਾ, ਸਾਡੇ ਮਨ ਨੂੰ ਗੁਰੂ ਦੀ ਮੱਤ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਜੋ ਸਤਿਗੁਰੂ ਆਪਾਂ ਨੂੰ ਉਪਦੇਸ਼ ਦੇ ਰਹੇ, ਜਦੋਂ ਅਸੀਂ ਸਤਿਗੁਰਾਂ ਦੇ ਉਪਦੇਸ਼ ਦੇ ਉੱਤੇ ਚੱਲਾਂਗੇ, ਗੁਰਬਾਣੀ ਗੁਰੂ ਦੇ ਦੱਸੇ ਮਾਰਗ 'ਤੇ ਚੱਲਾਂਗੇ, ਅਤੇ ਫਿਰ ਅਸੀਂ ਇੱਕ ਚਿੱਤ ਹੋ ਜਾਵਾਂਗੇ, ਇੱਕ ਮਨ ਹੋ ਜਾਵਾਂਗੇ। ਅਤੇ ਇੱਕ ਚਿੱਤ ਇੱਕ ਮਨ ਹੀ ਪਰਮਾਤਮਾ ਨੂੰ ਪਾਉਂਦਾ ਹੈ। ਇਸ ਲਈ ਆਪਾਂ ਨੂੰ ਫਰਮਾਉਂਦੇ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਈ। ਵੀ ਤੂੰ ਪਰਮਾਤਮਾ ਨੂੰ ਧਿਆ, ਇੱਕ ਮਨ ਇੱਕ ਚਿੱਤ ਹੋ ਕੇ ਧਿਆ। ਉਹਦੇ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ ਵੀ ਅਸੀਂ ਇੱਕ ਚਿੱਤ ਹੋ ਸਕੀ। ਸੋ ਗੁਰਮੁਖ ਪਿਆਰਿਓ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।